ਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜਉ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੁ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੁ ਤੁਮ ਕਥਾ ਸੁਧਾਰੀ। ਜੈਤ ਸ੍ਰੀ ਮਹਲਾ ਚੌਥਾ। ਹੀਰਾ ਲਾਲ ਮੂਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ। ਰਤਨ ਗਾਹਕ ਗੁਰ ਸਾਧੂ ਦੇਖਿਓ, ਤਬ ਰਤਨ ਬਿਕਾਨੋ ਲਾਖਾ। ਮੇਰਾ ਮਨ ਗੁਪਤ ਹੀਰ ਹਰ ਰਾਖਾ, ਦੀਨ ਦਿਆਲ ਮਿਲਾਇਓ ਗੁਰ ਸਾਧੂ। ਗੁਰ ਮਿਲਿਆ ਹੀਰ ਪਰਾਖਾ ਰਹਾਉ। ਮਨਮੁਖ ਕੋਠੀ ਅਗਿਆਨ ਅੰਧੇਰਾ, ਤਿਨ ਘਰ ਰਤਨ ਨ ਲਾਖਾ। ਤੇ ਉਜੜ ਭਰਮ ਮੁਏ ਗਾਂਵਾਰੀ, ਮਾਇਆ ਭੂਅੰਗ ਬਿਖ ਚਾਖਾ। ਹਰ ਹਰ ਸਾਧੂ ਮੇਲੋ ਜਨ ਨੀਕੇ, ਹਰ ਸਾਧੂ ਸ਼ਰਨ ਹਮ ਰਾਖਾ। ਹਰ ਅੰਗੀਕਾਰ ਕਰੋ ਪ੍ਰਭ ਸੁਆਮੀ, ਹਮ ਪਰੇ ਭਾਗ ਤੁਮ ਪਾਖਾ। ਜਿਹ ਮਾਂ ਕਿਆ ਗੁਣ ਆਖ ਬਖਾਣੈ, ਤੁਮ ਵੱਡ ਅਗਮ ਵੱਡ ਪੁਰਖਾ। ਜਨ ਨਾਨਕ ਹਰ ਕਿਰਪਾ ਧਾਰੀ, ਪਾਖਾਣ ਡੁਬਤ ਹਰ ਰਾਖਾ। ਜਿਹ ਮਾਂ ਕਿਆ ਗੁਣ ਆਖ ਬਖਾਣੈ, ਤੁਮ ਵੱਡ ਅਗਮ ਵੱਡ ਪੁਰਖਾ। ਜਿਨ ਨਾਨਕ ਹਰ ਕਿਰਪਾ ਧਾਰੀ, ਪਾਖਾਣ ਡੁਬਤ ਹਰ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਪਿਆਰਿਆਂ ਪਾਸੋਂ ਸਰਵਣ ਕੀਤੇ ਨੇ। ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਜੈਤ ਸਰੀ ਰਾਗ ਦੇ ਵਿੱਚ ਹੈ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 696 ਤੇ ਸ਼ਿਸ਼ੋਭਤ ਹੈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਦੁਆਰਾ ਸਾਨੂੰ ਕੀ ਉਪਦੇਸ਼ ਦੇ ਰਹੇ ਨੇ, ਆਓ ਆਪਾਂ ਸਮਝੀਏ। ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ। ਇੱਕ ਦ੍ਰਿਸ਼ਟਾਂਤ ਦਿੱਤਾ। ਹੀਰਿਆਂ ਦੀ ਪਰਖ, ਲਾਲਾਂ ਦੀ ਪਰਖ, ਮੋਤੀਆਂ ਦੀ ਪਰਖ, ਜੋ 9 ਰਤਨ ਨੇ,
ਇਹਨਾਂ ਦੀ ਪਰਖ ਤਾਂ ਹੁਣ ਜੌਹਰੀ ਕਰ ਸਕਦਾ ਹੈ, ਪਾਰਖੂ ਕਰ ਸਕਦਾ ਹੈ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਪਟਨਾ ਸਾਹਿਬ ਦੀ ਧਰਤੀ 'ਤੇ ਮਰਦਾਨੇ ਨੂੰ ਲਾਲ ਇੱਕ ਦਿੱਤਾ ਸੀ, ਮਹਾਰਾਜ ਨੇ ਇੱਕ ਪੱਥਰ 'ਤੇ ਨਿਗਾਹ ਮਾਰੀ, ਉਹ ਲਾਲ ਬਣ ਗਿਆ। ਅਤੇ ਉਹਨੂੰ ਦਿੱਤਾ, ਉਹਨੂੰ ਕਿਹਾ ਸੀ ਵੀ ਜਾ ਇਹਦੀ ਕੀਮਤ ਪਵਾ ਕੇ ਆ। ਵੇਚਣਾ ਨਹੀਂ, ਬਸ ਕੀਮਤ ਪਵਾਉਣੀ। ਜਿਹੜਾ ਤਾਂ ਕਰਿਆਨੇ ਵਾਲਾ ਸੀ, ਸੋ ਉਹਨੇ ਕੀਮਤ ਪਾਈ ਕੋਈ 1-2 ਰੁਪਈਏ। ਫਿਰ ਸਬਜ਼ੀ ਵੇਚਣੇ ਵਾਲਾ ਉਹਨੇ ਹੋਰ ਥੋੜ੍ਹੀ ਜਿਹੀ ਜ਼ਿਆਦਾ ਪਾ ਦਿੱਤੀ। ਇੱਕ ਬਜਾਜੀ ਵਾਲਾ ਸੀ, ਉਹਨੇ ਥੋੜ੍ਹੀ ਜਿਹੀ ਹੋਰ ਜ਼ਿਆਦਾ ਪਾ ਦਿੱਤੀ। ਅਤੇ ਜਦੋਂ ਸਾਲਸਰਾਏ ਜੌਹਰੀ ਕੋ ਆਇਆ, ਲਾਲ ਦਿਖਾ ਲਿਆ ਮਰਦਾਨੇ ਨੇ ਵੀ ਇਹਦੀ ਕੀਮਤ ਕੀ ਹੈ। ਉਹ ਕਹਿੰਦਾ ਵੀ ਇੱਥੇ ਤੁਸੀਂ ਬੈਠੋ, ਫਿਰ ਮੈਂ ਚੰਗੀ ਤਰ੍ਹਾਂ ਦੇਖ ਲਵਾਂ ਇਹਨੂੰ। ਮਰਦਾਨੇ ਨੂੰ ਬਿਠਾ ਲਿਆ ਅਤੇ ਇੱਕ ਚੌਂਕੀ ਲਿਆਇਆ, ਚੌਂਕੀ 'ਤੇ ਸੁੱਚਾ ਕੱਪੜਾ ਵਿਛਾਇਆ। ਕੱਪੜਾ ਵਿਛਾ ਕੇ ਉਹ ਲਾਲ ਨੂੰ ਕੱਪੜੇ 'ਤੇ ਰੱਖ ਕੇ ਤਾਂ ਨਾਲੇ ਉਹਨਾਂ ਦਿਨਾਂ 'ਚ 100 ਰੁਪਈਆ ਰੱਖਿਆ, ਮੱਥਾ ਟੇਕ ਦਿੱਤਾ। ਮਰਦਾਨਾ ਕਹਿੰਦਾ ਜੀ ਵੇਚਣਾ ਨਹੀਂ ਹੈ। ਉਹਨਾਂ ਦਿਨਾਂ 'ਚ 100 ਰੁਪਈਆ ਥੋੜ੍ਹਾ ਥੋੜ੍ਹੀ ਹੁੰਦਾ ਸੀ, ਕਿਤੇ ਬਹੁਤ ਹੁੰਦਾ ਸੀ। ਮਰਦਾਨਾ ਕਹਿੰਦਾ ਵੇਚਣਾ ਨਹੀਂ, ਇਹਦੀ ਕੀਮਤ ਪਾਉਣੀ। ਕਹਿੰਦਾ ਮੈਂ ਤਾਂ ਕਹਿੰਦਾ ਲੈ ਹੀ ਨਹੀਂ ਸਕਦਾ, ਮੇਰੀ ਔਕਾਤ ਹੀ ਨਹੀਂ ਹੈ ਇੰਨੀ। ਮੇਰੇ ਕੋਲ ਜਿਤਨੀ ਵੀ ਦੌਲਤ ਹੈ ਉਹ ਸਾਰੀ ਇਕੱਠੀ ਕਰਕੇ ਵੀ ਮੈਂ ਇਸ ਲਾਲ ਦੀ ਕੀਮਤ ਨਹੀਂ ਧਰ ਸਕਦਾ। ਇਹ ਤਾਂ ਮੇਰੇ ਉਸਤਾਦ ਨੇ ਮੈਨੂੰ ਇਹ ਦੱਸੀ ਸੀ ਗੱਲ ਵੀ ਇਹ ਲਾਲ ਇਹੋ ਜਿਹਾ ਕਿਤੇ ਮਿਲਦਾ ਨਹੀਂ। ਮੈਨੂੰ ਪਰਖ ਦੱਸੀ ਸੀ ਵੀ ਇਹ ਅਸਲੀ ਲਾਲ ਹੁੰਦਾ ਹੈ। ਜੇ ਕਦੀ ਮਿਲ ਜਾਵੇ ਤਾਂ ਉਹਨੂੰ ਮੱਥਾ ਟੇਕਣਾ, ਦਰਸ਼ਨੀ ਭੇਟਾ ਦੇਣੀ। ਕਹਿੰਦਾ ਮੈਂ ਤਾਂ ਦਰਸ਼ਨੀ ਭੇਟਾ ਦਿੱਤੀ। ਹੈਰਾਨ ਹੋ ਗਿਆ ਸੀ ਮਰਦਾਨਾ। ਉਹ ਲਾਲ ਦੇ ਜ਼ਰੀਏ ਮਹਾਰਾਜ ਨੇ ਸਾਲਸਰਾਏ ਨੂੰ ਖਿੱਚਣਾ ਸੀ। ਸਾਲਸਰਾਏ ਤਰਿਆ, ਉਹਦਾ ਨੌਕਰ ਤਰਿਆ, ਸਾਲਸਰਾਏ ਨੂੰ ਉੱਥੋਂ ਦੀ ਮੰਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀਗੀ। ਪਰ ਜਦੋਂ ਮਰਦਾਨੇ ਨੇ ਆਣ ਕੇ ਮਹਾਰਾਜ ਨੂੰ ਦੱਸਿਆ, ਮਹਾਰਾਜ ਇਹ ਕੀ, ਲਾਲ ਤਾਂ ਉਹੀ ਸੀ। ਇੱਕ ਨੇ 1 ਪੈਸਾ, ਕਿਸੇ ਨੇ 2 ਪੈਸੇ, ਕਿਸੇ ਨੇ ਕੋਈ ਹੋਰ ਵਸਤੂ ਮੁੱਲ ਪਾ ਦਿੱਤਾ, ਪਰ ਉਹਨੇ 100 ਰੁਪਈਆ ਦਰਸ਼ਨੀ ਭੇਟਾ ਦੇ ਦਿੱਤੀ। ਕਹਿੰਦੇ ਪਰਖ ਨਹੀਂ ਸੀ ਸੱਚੇ ਪਾਤਸ਼ਾਹ, ਕਹਿੰਦੇ ਲਾਲ ਤਾਂ ਉਹੀ ਹੈ। ਪਰਖ ਜਿਹਨੂੰ ਪਰਖ ਸੀ ਉਹਨੇ 100 ਰੁਪਈਆ ਦਰਸ਼ਨੀ ਭੇਟਾ ਰੱਖ ਦਿੱਤੀ। ਠੀਕ ਇਸੇ ਤਰ੍ਹਾਂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਜਿਹੜੇ ਬਾਣੀ ਦਾ ਗਿਆਨ ਹੈ, ਬ੍ਰਹਮ ਗਿਆਨ, ਪਰਮੇਸ਼ਰ ਦਾ ਨਾਮ ਬ੍ਰਹਮ ਗਿਆਨ, ਇਹ ਅਮੋਲਕ ਹੈ। ਉਹਦਾ ਨਾਮ ਅਮੋਲਕ ਹੈ। ਪਰ ਜੇ ਕੋਈ ਗਾਹਕ ਹੀ ਨਹੀਂ ਤਾਂ ਕੱਖਾਂ ਦੇ ਬਰਾਬਰ ਹੈ। ਗੁਰਬਾਣੀ ਦਾ ਗਿਆਨ ਲੈਣ ਵਾਸਤੇ ਕਿੰਨੇ ਕੁ ਗਾਹਕ ਹੁੰਦੇ ਨੇ। ਇਸੇ ਕਰਕੇ ਕੱਖਾਂ ਦੇ ਬਰਾਬਰ ਹੀ ਸਾਰੇ ਕੀਮਤ ਪਾਉਂਦੇ ਨੇ, ਕਿਉਂਕਿ ਗਾਹਕ ਨਹੀਂ ਹੈ। ਜਿਹੜੇ ਗੁਰਬਾਣੀ ਦੇ ਗਿਆਨ ਦੇ ਗਾਹਕ ਹੁੰਦੇ ਨੇ, ਉਹ ਕਹਿੰਦੇ ਸਾਡੇ ਕੋਲ ਸੋ ਇੰਨੀ ਦੌਲਤ ਹੀ ਨਹੀਂ ਹੈ ਜਿਸ ਦੀ ਅਸੀਂ ਇਹ ਕੀਮਤ ਪਾ ਸਕੀਏ। ਉਹ ਇੰਝ ਕਹਿੰਦੇ ਨੇ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਨੁੱਖਾ ਜਨਮ ਹੈ, ਇਹਨੂੰ ਮਨੁੱਖਾ ਜਨਮ ਨੂੰ ਵੀ ਸਾਹਿਬ ਜੀ ਨੇ ਹੀਰਾ, ਲਾਲ, ਅਮੋਲਕ ਕਹਿ ਦਿੱਤਾ। ਸਵਾਸਾਂ ਨੂੰ ਲਾਲ ਕਹਿ ਦਿੱਤਾ ਮਹਾਰਾਜ ਨੇ। ਭਗਤ ਰਵਿਦਾਸ ਜੀ ਕਹਿੰਦੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਸ ਮਨੁੱਖਾ ਜਨਮ ਦੀ ਕਦਰ ਕਿਹਨਾਂ ਨੂੰ, ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ 84 ਦੇ ਗੇੜ 'ਚ ਘੁੰਮਦੇ ਪਏ ਨੇ, ਪਸ਼ੂ ਪਕਸ਼ੀ ਨੇ। ਉਹਨਾਂ ਨੂੰ ਪਤਾ, ਉਹਦਾ ਪਤਾ ਨਹੀਂ ਕਿੰਨੀਆਂ ਕੁ ਅਰਦਾਸਾਂ ਕਰਦੇ ਹੋਣਗੇ ਵੀ ਕਦ ਸਾਡੀ ਵਾਰੀ ਆਊਗੀ, ਕਦ ਸਾਨੂੰ ਇਹ ਸੋਹਣਾ ਜਿਹਾ ਜਨਮ ਮਿਲੇਗਾ, ਜਿਹਦੇ ਵਿੱਚ ਮਰਜ਼ੀ ਨਾਲ ਖਾ ਪੀ ਸਕਦੇ, ਕੱਪੜੇ ਪਹਿਨ ਸਕਦੇ, ਸੋਹਣੀ ਤਰੀਕੇ ਨਾਲ ਰਹਿ ਸਕਦੇ ਹਾਂ। ਇੱਥੇ ਤਾਂ ਸੋ ਘਾਹ ਫੂਸ ਖਾਣਾ ਪੈਂਦਾ, ਕੋਈ ਕੁਝ ਖਾਂਦੇ, ਕੁਝ ਮਿੱਟੀਆਂ 'ਚ ਮਿੱਟੀ ਖਾਈ ਜਾਂਦੀ ਹੈ। ਰਹਿਣ ਸਹਿਣ ਕਿਹੋ ਜਿਹਾ, ਉਹ ਕਦਰ ਜਾਣਦੇ ਨੇ। ਅਤੇ ਜਾਂ ਜਿਹੜੇ ਜਿਨ੍ਹਾਂ ਨੂੰ ਸਰੀਰ ਹੀ ਕੋਈ ਨਹੀਂ ਮਿਲਿਆ, ਭੂਤ ਪ੍ਰੇਤ, ਉਹ ਵੀ ਕਦਰ ਜਾਣਦੇ ਨੇ ਵੀ ਇਹਦੇ ਵਰਗਾ ਕੋਈ ਜਨਮ ਨਹੀਂ ਹੈ। ਜਾਂ ਫਿਰ ਮਾਨਸ ਜਨਮ ਦੀ ਕਦਰ ਉਹਨਾਂ ਨੂੰ ਆਉਂਦੀ ਜਿਨ੍ਹਾਂ ਨੂੰ ਬ੍ਰਹਮ ਗਿਆਨ ਹੋ ਜਾਂਦਾ, ਬਾਣੀ ਦਾ ਗਿਆਨ ਹੋ ਜਾਂਦਾ, ਉਹਨਾਂ ਨੂੰ ਕਦਰ ਪੈਂਦੀ ਹੈ। ਉਹ ਕਹਿੰਦੇ ਮਾਨਸ ਜਨਮ ਦੁਰਲੰਭ ਹੈ ਭਾਈ, ਸੋ ਇਹ ਦੁਰਲਭ ਹੈ।
ਦੁਰਲਭ ਹੈ, ਇਹ ਨਹੀਂ ਬਾਰ ਬਾਰ ਮਿਲਦਾ। ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪਾਕੇ, ਭੋਇ ਗਿਰੇ ਬਹੁ ਨਾ ਲਾਗੇ ਡਾਰ। ਬਾਰ ਬਾਰ ਨਹੀਂ ਮਿਲਦਾ। ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੇ ਗਾਹਕ ਹੋਊ ਨਾ, ਗਾਹਕ ਗੁਰਬਾਣੀ ਦੇ ਗਿਆਨ ਦਾ, ਉਹ ਤਾਂ ਫਿਰ ਉਹਦਾ ਕਦਰਦਾਨ ਹੈ। ਜੇ ਗਾਹਕ ਹੀ ਹੈ ਨਹੀਂ ਕੋਈ, ਤੇ ਫਿਰ ਉਹਦਾ ਕੱਖਾਂ ਦੇ ਬਰਾਬਰ ਤੋਲਦੇ ਪਏ ਨੇ ਸਾਰੇ ਜਿਹੜੇ ਗਾਹਕ ਨੇ। ਸੋ ਕਹਿੰਦੇ ਇਹਦੀ ਕੀਮਤ ਹੀ ਕੋਈ ਨਹੀਂ ਹੈ। ਰਤਨ ਗਾਹਕ ਗੁਰ ਸਾਧੂ ਦੇਖਿਓ, ਤਬ ਰਤਨ ਬਿਕਾਨੋ ਲਾਖਾ। ਹੁਣ ਛੇਵੇਂ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਪਾਠ ਸੁਣਿਆ ਭਾਈ ਗੋਪਾਲੇ ਤੋਂ। ਸੇ ਪ੍ਰਮਾਣਿਤ ਹੈ, ਇਹ ਘਟਨਾ ਪ੍ਰਮਾਣਿਤ ਹੈ, ਲਿਖੀ ਹੋਈ ਇਤਿਹਾਸ ਦੇ ਵਿੱਚ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਿਨਾਂ ਦੇ ਵਿੱਚ 1100 ਰੁਪਈਆ, ਸੋਹਣਾ ਘੋੜਾ, ਸੁਨਹਿਰੀ ਕਾਠੀ, ਸਾਰੇ ਵਸਤਰ ਸੋ ਭਾਈ ਗੋਪਾਲੇ ਨੇ ਦਿੱਤੇ। ਫਿਰ ਇਹ ਗਿਆ ਕਿ ਕਹਿੰਦੇ ਇਹਦੀ ਕੀਮਤ ਨਹੀਂ ਹੈ, ਜਿਹੜੀ ਤੂੰ ਬਾਣੀ ਸੁਣਾਈ ਇਹਦੀ ਕੋਈ ਕੀਮਤ ਨਹੀਂ ਹੈ। ਕਦਰਦਾਨ ਹੈ ਗੁਰਬਾਣੀ ਦਾ, ਕਦਰਦਾਨ ਗੁਰੂ ਹੈ। ਗੁਰੂ ਤੋਂ ਵੱਧ ਕੇ ਹੋਰ ਕੌਣ ਕਦਰਦਾਨ ਹੋ ਸਕਦਾ? ਹੋਰ ਕਿਸੇ ਨੂੰ ਇੰਨੀ ਕਦਰ ਨਹੀਂ ਹੈ। ਜਾਂ ਜਿਸ ਨੂੰ ਗੁਰੂ ਨੇ ਸਾਧ ਬਣਾਤਾ, ਉਹ ਕਦਰ ਕਰਦਾ ਗੁਰਬਾਣੀ ਦੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਬਈ ਰਤਨ ਗਾਹਕ ਗੁਰ ਸਾਧੂ ਦਿਖੇ। ਗੁਰੂ ਆ ਇਹਨਾਂ ਬ੍ਰਹਮ ਗਿਆਨ ਦਾ ਗਾਹਕ, ਅਤੇ ਰਤਨ ਬਿਕਾਨੋ ਲਾਖਾ। ਜਦੋਂ ਗੁਰੂ ਦੇ ਕੋਲ ਗੁਰੂ ਦਾ ਹੀ ਸੌਦਾ ਹੈ ਨਾ, ਗੁਰੂ ਕੋਲ ਹੀ ਵੇਚਿਆ ਜਾਂਦਾ ਤਾਂ ਲੱਖਾਂ ਦਾ ਵਿਕਦਾ। ਗੁਰਬਾਣੀ ਦਾ ਗਿਆਨ ਕਿਹਦਾ ਆ? ਗੁਰੂ ਦਾ ਹੀ ਹੈ, ਅਤੇ ਇਹ ਲੱਖਾਂ ਦਾ ਵਿਕਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਂ ਗੁਰੂ ਨੇ ਜਿਸ ਨੂੰ ਸਾਧ ਬਣਾ ਦਿੱਤਾ, ਜਿਸ ਨੂੰ ਗੁਰੂ ਨੇ ਸਾਧ ਬਣਾ ਦਿੱਤਾ, ਸੋ ਉਹ ਜਦੋਂ ਇਸ ਗੁਰਬਾਣੀ ਦੇ ਗਿਆਨ ਨੂੰ ਪ੍ਰਾਪਤ ਕਰਦਾ ਤਾਂ ਤਨ ਮਨ ਧਨ ਸਭ ਕੁਝ ਸੌਂਪ ਦਿੰਦਾ। ਕਹਿੰਦਾ ਜੋ ਕੁਛ ਹੈ ਉਹ ਤੇਰਾ ਤੁਝ ਕੇ ਸੌਂਪ ਤੇ। ਮੈਨੂੰ ਤਾਂ ਚਾਹੀਦਾ ਕੇਵਲ ਤੇ ਕੇਵਲ ਇਹ ਰਤਨ ਚਾਹੀਦਾ, ਬ੍ਰਹਮ ਦਾ ਗਿਆਨ ਚਾਹੀਦਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਕਦਰਦਾਨ ਗੁਰੂ ਨੇ ਕਦਰਦਾਨ ਬਣਾ ਦਿੱਤਾ ਹੈ। ਗੁਰੂ ਹੀ ਕਦਰਦਾਨ ਬਣਾਉਂਦਾ, ਗੁਰੂ ਖੁਦ ਕਦਰਦਾਨ ਹੈ। ਕਹਿੰਦੇ ਫਿਰ ਇਹ ਰਤਨ ਜਿਹੜਾ ਨਾ ਲੱਖਾਂ ਦਾ ਵਿਕਦਾ, ਲੱਖਾਂ ਦਾ। ਮੇਰੇ ਮਨ ਗੁਪਤ ਹੀਰ ਹਰ ਰਾਖਾ। ਇਹ ਆਮ ਜਿੱਦਾਂ ਸੁਨਿਆਰਿਆਂ ਨੇ ਹੀਰੇ ਰੱਖੇ ਹੁੰਦੇ ਨਾ, ਰੱਖੇ ਤਾਂ ਉਹਨਾਂ ਨੇ ਬੜੀ ਸਿਕਿਉਰਿਟੀ ਵਿੱਚ ਹੁੰਦੇ ਆ, ਪਰ ਇਹ ਜਿਹੜਾ ਨਾਮ ਰੂਪ ਰਤਨ ਆ, ਇਸ ਨੂੰ ਗੁਪਤ ਰੂਪ ਵਿੱਚ ਰੱਖ ਦਿੱਤਾ ਸਭਨਾਂ ਨੂੰ ਹੈ, ਦੇ ਸਭਨਾਂ ਨੂੰ ਦਿੱਤਾ, ਪਰ ਗੁਪਤ ਰੂਪ ਵਿੱਚ ਦਿੱਤਾ ਹੈ। ਗੁਪਤ ਰੂਪ ਵਿੱਚ ਇਹਦੇ ਅੰਦਰ ਟਿਕਾ ਦਿੱਤਾ ਹੈ। ਜਿਹਦੇ ਕੋਲ ਪਰਖ ਹੋਵੇਗੀ, ਜਿਹਨੂੰ ਪਰਖਣਾ ਆਉਂਦਾ ਹੋਵੇਗਾ, ਉਹ ਪਰਖ ਲਊਗਾ। ਜਿਹਦੇ ਕੋਲ ਪਰਖ ਨਹੀਂ ਹੈ, ਸੋ ਉਹ ਤਾਂ ਇਸ ਗਿਆਨ ਰਤਨ ਨੂੰ ਕੱਖਾਂ ਦੇ ਬਰਾਬਰ ਹੀ ਸਮਝੇਗਾ। ਹੈਗਾ ਸਭਨਾਂ ਕੋਲ, ਹੇ ਮੇਰੇ ਮਨਾ ਤੇਰੇ ਕੋਲ ਵੀ ਆ, ਪਰ ਗੁਪਤ ਰੂਪ ਦੇ ਵਿੱਚ ਹੈ। ਮੇਰੇ ਮਨ ਗੁਪਤ ਹੀਰ ਹਰ ਰਾਖਾ, ਉਸ ਦਾ ਨਾਮ ਹਰ ਇੱਕ ਦੇ ਵਿੱਚ ਹੈ, ਪਰ ਗੁਪਤ ਰੂਪ ਦੇ ਵਿੱਚ ਇੱਕ ਵਸਤ ਅਨੂਪ ਵਿੱਚ ਪਾਈ। ਪਰ ਇਹ ਰਤਨ ਲੁਕਾਇਆ ਲੁਕੇ ਨਾਹੀਂ, ਜੇ ਕੋ ਰਖੈ ਲੁਕਾਈ। ਜਿਹੜਾ ਪ੍ਰਗਟ ਕਰ ਲੈਂਦਾ ਨਾ, ਉਹ ਇਸ ਨੂੰ ਲੁਕੋ ਕੇ ਨਹੀਂ ਰੱਖ ਸਕਦਾ। ਰੱਬ ਨੇ ਲੁਕੋ ਕੇ ਰੱਖਿਆ ਤਾਂ ਰੱਖਿਆ, ਰੱਬ ਨੇ ਇਹਨੂੰ ਕਿਹਾ ਵੀ ਤੂੰ ਪ੍ਰਗਟ ਕਰ। ਜਦੋਂ ਗੁਰੂ ਦੇ ਦੁਆਰਾ ਜਿਹੜਾ ਪ੍ਰਗਟ ਕਰ ਲੈਂਦਾ, ਉਹ ਨਹੀਂ ਲੁਕੋ ਸਕਦਾ। ਜਿੰਨਾ ਚਿਰ ਰੱਬ ਨੇ ਲੁਕੋ ਕੇ ਰੱਖਿਆ, ਉਹਨਾਂ ਚਿਰ ਲੁਕਿਆ ਹੋਇਆ। ਪਰ ਜਦੋਂ ਗੁਰੂ ਦੇ ਦੁਆਰਾ ਪ੍ਰਗਟ ਕਰ ਲਿਆ, ਨਹੀਂ ਕਹਿੰਦੇ, ਫੇਰ ਨਹੀਂ ਕਹਿੰਦੇ ਲੁਕਿਆ ਰਹਿ ਸਕਦਾ। ਦੀਨ ਦਿਆਲ ਮਿਲਾਇਓ ਗੁਰ ਸਾਧੂ, ਗੁਰ ਮਿਲੀਐ ਹੀਰ ਪਰਾਖਾ। ਦੀਨਾਂ 'ਤੇ ਦਇਆ ਕਰਨੇ ਵਾਲੇ ਸਤਿਗੁਰੂ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਨੇ ਪੂਰੇ ਗੁਰੂ ਦੇ ਨਾਲ ਮੇਲ ਕਰਾ ਦਿੱਤਾ। ਪੂਰੇ ਗੁਰੂ ਨੇ ਮੈਨੂੰ ਹੁਣ ਇੱਦਾਂ ਦੀ ਅੱਖ ਦੇ ਦਿੱਤੀ, ਇੱਦਾਂ ਦੀ ਬੁੱਧੀ ਦੇ ਦਿੱਤੀ, ਮੈਂ ਜਿਹਦੇ ਨਾਲ ਹੀਰੇ ਨੂੰ ਪਰਖ ਸਕਦਾ। ਪਹਿਲਾਂ ਤਾਂ ਆਪਣਾ ਮਨੁੱਖਾ ਜਨਮ ਪਰਖਦਾ, ਇਹ ਗੁਰੂ ਜੋਝੀ ਦਿੰਦਾ, ਫਿਰ ਮਨੁੱਖਾ ਜਨਮ ਪਰਖਦਾ, ਫਿਰ ਦੁਨੀਆ ਦੇ ਵਿੱਚ ਬੜੇ ਗਿਆਨ ਨੇ, ਗਿਆਨ ਦੀ ਪਰਖ ਕਰਦਾ ਹੈ।
ਕਹਿੰਦਾ ਵੀ ਗਿਆਨਨ ਮੈਂ ਗਿਆਨ ਗੁਰ, ਗੁਰੂ ਤੋਂ ਵੱਡਾ ਹੋਰ ਕਿਸੇ ਦਾ ਵੀ ਗਿਆਨ ਨਹੀਂ ਹੋ ਸਕਦਾ। ਧਿਆਨਨ ਮੈਂ ਧਿਆਨ ਗੁਰ, ਗਿਆਨਨ ਮੈਂ ਗਿਆਨ ਗੁਰ। ਪਤਾ ਲੱਗ ਗਿਆ ਨਾ, ਪਰਖ ਦੇ ਦਿੱਤੀ। ਸੋ ਜਦੋਂ ਗੁਰੂ ਨੇ ਇਸ ਨੂੰ ਸ੍ਰੇਸ਼ਟ ਬੁੱਧ ਦਿੱਤੀ, ਸ੍ਰੇਸ਼ਟ ਗਿਆਨ ਦਿੱਤਾ, ਉਹਦੇ ਨਾਲ ਫਿਰ ਇਸਨੇ ਨਾਮ ਰੂਪ ਹੀਰੇ ਦੀ ਪਰਖ ਕਰ ਲਈ। ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਨਾਮ ਰੂਪ ਹੀਰੇ ਦੀ ਪਰਖ ਕਰ ਹੀ ਨਹੀਂ ਸਕਦਾ। ਅਤੇ ਗੁਰੂ ਦੇ ਨਾਲ ਮੇਲ ਕੌਣ ਕਰਾਉਂਦਾ? ਪ੍ਰਮਾਤਮਾ, ਪਰਮੇਸ਼ਰ। ਵਿਧੀਆਂ ਬਣਾਉਂਦਾ ਫਿਰ। ਰਹਾਓ। ਮਨ ਮੁਖ ਕੋਠੀ ਅਗਿਆਨ ਅੰਧੇਰਾ, ਤਿਨ ਘਰ ਰਤਨ ਨ ਲਾਖਾ। ਜਿਹੜੀ ਮਨਮੁਖਾਂ ਦੀ ਕੋਠੜੀ ਹੈ, ਉਹਦੇ ਵਿੱਚ ਅਗਿਆਨ ਕਰਕੇ ਹਨੇਰਾ ਹੈ। ਭਾਵ ਜਿਹੜਾ ਮਨਮੁਖਾਂ ਦਾ ਮਨ ਹੈ, ਇਹੋ ਹੀ ਮਨ ਮੰਦਰ ਬਣ ਜਾਵੇ ਤਾਂ ਇਹਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਜਿੰਨਾ ਚਿਰ ਮਨ ਮੰਦਰ ਨਹੀਂ ਬਣਦਾ, ਉਹਨਾਂ ਚਿਰ ਪ੍ਰਕਾਸ਼ ਨਹੀਂ ਹੁੰਦਾ। ਸੋ ਮੰਦਰ ਸੁਭਾਵ ਸੱਚਾ ਸੁੱਚਾ, ਹਾਂਜੀ, ਉਜਲਾ ਮਨ, ਇੱਦਾਂ ਦਾ ਮੰਦਰ ਬਣ ਜਾਂਦਾ। ਸੱਚਾ ਸੁੱਚਾ ਜਦੋਂ ਬਣ ਜਾਂਦਾ, ਫੇਰ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਗੁਰਮੁਖਾਂ ਦੇ ਮਨ ਨੂੰ ਮੰਦਰ ਬਣਾਉਂਦਾ ਅਤੇ ਉਸ ਦੇ ਅੰਦਰ ਗਿਆਨ ਦਾ ਦੀਵਾ ਜਗਾਉਂਦਾ, ਤੈਨੂੰ ਨਾਮ ਰਤਨ ਦੀ ਸੋਝੀ ਹੁੰਦੀ। ਜਿਹੜੇ ਮਨਮੁਖ ਹੁੰਦੇ ਨੇ, ਉਹਨਾਂ ਦੀ ਕੋਠੀ ਹੈ ਮਨ, ਉੱਥੇ ਮਨ ਨੂੰ ਕੋਠੜੀ, ਛੋਟੀ ਜਿਹੀ ਕੋਠੜੀ, ਅਗਿਆਨਤਾ ਕਰਕੇ ਹਨੇਰਾ। ਇਸ ਕਰਕੇ ਘਰ ਵਿੱਚ, ਮਨ ਵਿੱਚ ਨਾਮ ਰੂਪ ਰਤਨ ਹੋਣ ਦੇ ਬਾਵਜੂਦ ਵੀ ਨਾ ਲਾਖਾ, ਉਹਦੀ ਸਮਝ ਨਹੀਂ ਪੈਂਦੀ ਹੈ। ਅਤੇ ਇਸ ਰਤਨ ਨੂੰ ਲੱਭਣ ਵਾਸਤੇ ਇੱਧਰ ਉੱਧਰ ਭਟਕਦਾ ਫਿਰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਆਪਣੇ ਮਨ ਨੂੰ ਮੰਦਰ ਬਣਾ ਲਓ, ਗਿਆਨ ਦਾ ਦੀਵਾ ਜਗਾ ਲਓ। ਜਦੋਂ ਮਨ ਮੰਦਰ ਬਣ ਗਿਆ, ਗਿਆਨ ਦਾ ਦੀਵਾ ਜਾਗਿਆ, ਫਿਰ ਕਿਤੇ ਲੱਭਣ ਦੀ ਲੋੜ ਨਹੀਂ, ਅੰਦਰੋਂ ਮਿਲ ਜਾਂਦਾ। ਤੁਸੀਂ ਆਪ ਹੀ ਲੱਭ ਲਓਗੇ। ਕਹਿੰਦੇ ਤੇ ਉਜੜ ਭਰਮ ਮੁਏ ਗਾਵਾਰੀ, ਮਾਇਆ ਭੁਅੰਗ ਬਿਖ ਝਾਖਾ। ਮਾਇਆ ਭੁਜੰਗ ਹੈ, ਸਰਪ ਹੈ। ਮਾਇਆ ਸਰਪਣੀ, ਬਿਨ ਦੰਤਾ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਸੋ ਵਿਕਾਰਾਂ ਦਾ ਜ਼ਹਿਰ ਹਰ ਇੱਕ ਨੂੰ ਚੜ੍ਹ ਰਿਹਾ। ਮਾਇਆ ਰੂਪ ਸਰਪਣੀ ਨੇ ਹਰ ਇੱਕ ਨੂੰ ਡੰਗ ਮਾਰਿਆ ਹੋਇਆ ਹੈ, ਅਤੇ ਇਹ ਵਿਕਾਰਾਂ ਦਾ ਜ਼ਹਿਰ ਚੜ੍ਹਿਆ ਹੋਇਆ। ਬਿਖ ਝਾਖਾ, ਸਾਰੇ ਸੋ ਇਸ ਵਿਸ਼ੇ ਵਿਕਾਰਾਂ ਦੇ ਜ਼ਹਿਰ ਨੂੰ ਚੱਖ ਰਹੇ ਨੇ, ਉਹਨਾਂ ਨੂੰ ਚੰਗਾ ਲੱਗਦਾ, ਪਰ ਆਤਮਿਕ ਮੌਤੇ ਮਰ ਰਹੇ ਨੇ, ਅੰਦਰੋਂ ਮਰੇ ਪਏ ਨੇ। ਆਤਮਿਕ ਜੀਵਨ ਨਹੀਂ ਉਹਨਾਂ ਦਾ। ਤਦੇ ਤਾਂ ਕਹਿੰਦੇ ਉਜੜ ਭਰਮ ਮੁਏ ਗਵਾਰੀ, ਉਹ ਪੁੱਠੇ ਰਾਹ 'ਤੇ ਪਏ ਰਹਿੰਦੇ ਨੇ ਸਾਰੀ ਜ਼ਿੰਦਗੀ। ਭਰਮ ਉਹਨਾਂ ਦੇ ਅੰਦਰੋਂ ਨਿਕਲਦਾ ਹੀ ਨਹੀਂ ਹੈ। ਸੋ ਇਸੇ ਤਰ੍ਹਾਂ ਹੀ ਉਹਨਾਂ ਦੀ ਜ਼ਿੰਦਗੀ ਸਾਰੀ ਖਤਮ ਹੋ ਜਾਂਦੀ, ਮਰ ਮੁੱਕ ਜਾਂਦੇ ਨੇ। ਜਿਸ ਕੋਲ ਬ੍ਰਹਮ ਦਾ ਗਿਆਨ ਨਹੀਂ, ਗਵਾਰ ਉਹਨੂੰ ਕਹਿ ਦਿੱਤਾ। ਗਵਾਰ ਹੁੰਦਾ ਅਨਪੜ੍ਹ। ਅਤੇ ਸੰਸਾਰਕ ਵਿੱਦਿਆ ਜਿੰਨੀ ਮਰਜ਼ੀ ਕਿਸੇ ਨੇ ਪੜ੍ਹ ਲਈ, ਜੇ ਬ੍ਰਹਮ ਵਿੱਦਿਆ ਹੀ ਨਹੀਂ ਪੜ੍ਹੀ ਤਾਂ ਉਹ ਗਵਾਰ ਹੈ। ਸੋ ਇਸ ਕਰਕੇ ਬ੍ਰਹਮ ਵਿੱਦਿਆ ਨੂੰ ਪੜ੍ਹਨਾ ਬੜਾ ਜ਼ਰੂਰੀ ਹੈ। ਪਰ ਜੇ ਹੁਣ ਮਾਇਆ ਸਰਪਣੀ ਨੇ ਡੰਗ ਮਾਰਤਾ, ਉੱਥੇ ਬ੍ਰਹਮ ਵਿੱਦਿਆ ਚੰਗੀ ਨਹੀਂ ਲੱਗਣੀ, ਉੱਥੇ ਤਾਂ ਬਿਖ ਚੰਗਾ ਲੱਗਦਾ। ਮਾਇਆ ਦਾ ਜਿਹੜਾ ਸਵਾਦ ਉਹੀ ਚੰਗਾ ਲੱਗਦਾ, ਉਹਨੂੰ ਵਾਰ-ਵਾਰ ਚੱਖਦਾ। ਹਰ ਹਰ ਸਾਧ ਮੇਲੋ ਜਨਨੀ ਕੇ, ਹਰ ਸਾਧੂ ਸ਼ਰਨ ਹਮ ਰਾਖਾ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਚਰਨਾਂ 'ਚ ਹਰ ਵਕਤ ਇਹ ਬੇਨਤੀ, ਜੋਦੜੀ, ਅਰਦਾਸ ਕਰਦੇ ਰਹਿਣਾ ਚਾਹੀਦਾ ਕਿ ਹੇ ਪ੍ਰਭੂ ਕਿਰਪਾ ਕਰ, ਜਿਹੜੇ ਤੇਰੇ ਸਾਧ ਨੇ ਨਾ, ਉਹਨਾਂ ਦੇ ਨਾਲ ਮੇਰਾ ਮੇਲ ਕਰਾ। ਜਿਹੜਾ ਤੇਰਾ ਸਾਧ ਹੈ, ਗੁਰੂ ਰੱਬ ਦਾ ਸਾਧ ਹੈ। ਸੋ ਫਿਰ ਗੁਰੂ ਆਪਣੇ ਸਾਧ ਦੇ ਨਾਲ ਮੇਲ ਕਰਾਉਂਦਾ ਹੈ। ਹੁਣ ਗੁਰੂ ਸਾਧੂ ਦੀ ਸ਼ਰਨ ਵਿੱਚ ਜਦੋਂ ਆਉਂਦਾ ਤਾਂ ਫਿਰ ਇਹਦੀ ਰੱਖਿਆ ਹੁੰਦੀ ਹੈ। ਗੁਰੂ ਨੂੰ ਬੇਨਤੀ ਕਰਨੀ, ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਤੇਰੇ ਬਣਾਏ ਹੋਏ ਸਾਧ ਨੇ, ਜਿਨ੍ਹਾਂ ਨੂੰ ਤੂੰ ਸਾਧ ਬਣਾ ਦਿੱਤਾ, ਮੇਰਾ ਉਹਨਾਂ ਦੇ ਨਾਲ ਮੇਲ ਕਰਾ ਦਿਓ, ਜਿਹੜੇ ਤੈਨੂੰ ਯਾਦ ਕਰਦੇ ਨੇ, ਬਾਣੀ ਪੜ੍ਹਦੇ ਨੇ, ਬਾਣੀ ਦੀ ਵਿਚਾਰ ਕਰਦੇ ਨੇ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧਿਆ,
ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ ਜਿਸ ਨੇ ਸਾਧੇ ਹੋਏ ਨੇ, ਅਤੇ ਮੇਰਾ ਉਹਨਾਂ ਦੇ ਨਾਲ ਮੇਲ ਕਰਾਓ। ਜਦੋਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਬੇਨਤੀ ਕੀਤੀ, ਗੁਰੂ ਨੇ ਮੇਲ ਕਰਾਇਆ। ਇੱਦਾਂ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ, ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਰੱਖਿਆ ਹੋਊਗੀ। ਹਮ ਰਾਖਾ, ਹਾਂਜੀ, ਹਰ ਅੰਗੀਕਾਰ ਕਰੋ ਪ੍ਰਭ ਸੁਆਮੀ, ਹਮ ਪਰੇ ਭਾਗ ਤੁਮ ਭਾਖਾ। ਜਦੋਂ ਬਾਣੀ ਦੀ ਵਿਚਾਰ ਦੇ ਨਾਲ ਸੋਝੀ ਆਉਂਦੀ ਹੈ ਨਾ, ਫਿਰ ਸੰਸਾਰ ਸੜਦਾ ਬਲਦਾ ਨਜ਼ਰ ਆਉਂਦਾ। ਸੰਸਾਰ ਤਾਂ ਨਹੀਂ ਕਹਤਾ ਬਾਬਾ ਫਰੀਦ ਸਾਹਿਬ ਜੀ ਨੇ, ਕਹਿੰਦੇ ਸੰਸਾਰ ਗੁੱਝੀ ਆਗਿਆ, ਗੁੱਝੀ ਨਹੀਂ ਸੀ ਸੋਝੀ, ਪਰ ਜਦੋਂ ਤੂੰ ਗਿਆਨ ਦਿੱਤਾ ਨਾ, ਫੇਰ ਪਤਾ ਲੱਗਾ ਦੁਨੀਆ ਗੁੱਝੀ ਭਾਹੇ, ਇਹ ਤਾਂ ਲੁਕਵੀਂ ਅੱਗ ਹੈ। ਸ਼ੁਕਰ ਹੈ ਮੈਨੂੰ ਤੂੰ ਗਿਆਨ ਦਿੱਤਾ, ਮੈਂ ਵੀ ਹੱਥ ਵਿੱਚ ਪਾ ਲੈਣਾ ਸੀ, ਹੱਥ ਸੜ ਜਾਣਾ ਸੀ ਮੇਰਾ। ਸਾਈਂ ਮੇਰੇ ਚੰਗਾ ਕੀਤਾ, ਨਾਹੀਂ ਤਾਂ ਹਮ ਵੀ ਦੱਜਾ ਜਾਏ, ਕਹਿੰਦੇ ਮੈਂ ਵੀ ਸੜ ਜਾਣਾ ਸੀਗਾ। ਗੁਰੂ ਗਿਆਨ ਦੇ ਦਿੰਦਾ ਹੈ। ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦਿੱਤਾ ਹੈ ਨਾ, ਉਹ ਫਿਰ ਭਾਗ ਭਰੇ ਦੌੜ ਕੇ ਭੱਜ ਕੇ ਗੁਰੂ ਦੀ ਸ਼ਰਨ ਵਿੱਚ। ਤੁਮ ਪਾਖਾ, ਤੇਰੇ ਪੱਖ ਵਿੱਚ, ਭਾਵੇਂ ਤੂੰ ਜੋ ਕਹਿ ਰਿਹਾ ਉਹ ਸਹੀ ਹੈ, ਪੱਖ ਤਾਂ ਇਹੀ ਹੁੰਦਾ ਨਾ। ਪਹਿਲਾਂ ਤਾਂ ਗੁਰੂ ਦੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਸੀ, ਹੁਣ ਆ ਗਿਆ ਗੁਰੂ ਦੇ ਪੱਖ ਵਿੱਚ। ਜਦੋਂ ਸੰਸਾਰ ਸੜਦਾ ਬਲਦਾ ਵੇਖਿਆ, ਸਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ, ਲੋਕਾਂ ਦੀ ਮੰਦੀ ਹਾਲਤ ਹੈ, ਕੋਈ ਕਿਸੇ ਗੱਲੋਂ ਦੁਖੀ ਹੈ, ਕਿਸੇ ਗੱਲੋਂ ਦੁਖੀ ਹੈ, ਸੁਖੀ ਕੋਈ ਨਹੀਂ ਵੇਖਿਆ। ਫਿਰ ਆ ਗਿਆ ਗੁਰੂ ਦੇ ਪੱਖ ਵਿੱਚ, ਮਹਾਰਾਜ ਜੋ ਤੁਸੀਂ ਕਿਹਾ ਇਨ ਬਿਨ ਸੱਚ ਹੈ, ਤ੍ਰੈ ਕਾਲ ਸੱਤ ਹੈ, ਮੈਂ ਭੱਜ ਕੇ ਤੇਰੀ ਸ਼ਰਨ ਵਿੱਚ ਆ ਗਿਆ। ਅਤੇ ਜਿਹੜਾ ਇੰਝ ਫਿਰ ਭੱਜ ਕੇ ਆ ਜਾਂਦਾ ਨਾ, ਸੰਸਾਰ ਦੀ ਅਸਲੀਅਤ ਨੂੰ ਸਮਝ ਕੇ ਮਹਾਰਾਜ ਅੰਗੀਕਾਰ ਕਰਦਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਅੰਗੀਕਾਰ ਹੁੰਦਾ ਵੀ ਉਹਦੀ ਹਰ ਇੱਕ ਤਰ੍ਹਾਂ ਕਰਕੇ ਉਹ ਰਕਸ਼ਾ ਕਰਦਾ ਹੈ। ਚੌਕੀ ਚੌਗਿਰਦ ਹਮਾਰੇ, ਇੱਕ ਸੁਰੱਖਿਆ ਚੱਕਰ ਬਣਾ ਦਿੰਦਾ, ਸੁਰੱਖਿਆ ਚੱਕਰ, ਜਿਹ 'ਚ ਆਦਿ ਵਿਆਧੀ ਉਪਾਧੀ, ਇਹ ਤਿੰਨੋਂ ਹੀ ਤਾਪ ਉਸ ਸੁਰੱਖਿਆ ਚੱਕਰ ਨੂੰ ਤੋੜ ਨਹੀਂ ਸਕਦੇ, ਨਹੀਂ ਤੋੜ ਸਕਦੇ। ਜਦੋਂ ਗੁਰੂ ਸੁਰੱਖਿਆ ਚੱਕਰ ਸ਼ਬਦ ਦਾ ਬਣਾਉਂਦਾ, ਗੁਰੂ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਉੱਥੇ ਤਾਂ ਜਮ ਵੀ ਨੇੜੇ ਨਹੀਂ ਆਉਂਦਾ ਜਦੋਂ ਸ਼ਬਦ ਦਾ ਸੁਰੱਖਿਆ ਚੱਕਰ ਬਣਦਾ। ਉਹ ਅੰਗੀਕਾਰ ਕਰਦਾ, ਹਰ ਅੰਗੀਕਾਰ ਕਰੋ ਪ੍ਰਭ ਸੁਆਮੀ, ਹਮ ਪਰੇ ਭਾਗ ਤੁਮ ਪਾਖਾ। ਹੇ ਸੱਚੇ ਪਾਤਸ਼ਾਹ, ਤੇਰੇ ਪੱਖ ਵਿੱਚ ਅਸੀਂ ਹੁਣ ਆ ਗਏ ਦੌੜ ਕੇ, ਕਿਉਂਕਿ ਸਾਨੂੰ ਸੰਸਾਰ ਦੀ ਅਸਲੀਅਤ ਦਾ ਪਤਾ ਲੱਗ ਗਿਆ। ਹਰੀ ਅੰਗੀਕਾਰ ਕਰ ਲੈਂਦਾ, ਫਿਰ ਉਹਨੂੰ ਪ੍ਰਵਾਨ ਕਰ ਲੈਂਦਾ, ਸਵੀਕਾਰ ਕਰ ਲੈਂਦਾ। ਅਸੀਂ ਜਿੱਦਾਂ ਦੇ ਸੀਗੇ ਆ ਗਏ, ਹੁਣ ਤੂੰ ਸਾਨੂੰ ਸਵੀਕਾਰ ਕਰ ਲਾ, ਭਾਵ ਤੂੰ ਨਾ ਠਕਰਾਈ ਸਾਨੂੰ। ਜੇ ਤੂੰ ਠਕਰਾਤਾ ਫਿਰ ਸਾਡਾ ਕੋਈ ਦਰ ਨਹੀਂ। ਅਸੀਂ ਜਿੱਦਾਂ ਦੇ ਵੀ ਆ ਗਏ ਹਾਂ ਨਾ, ਬਸ ਤੇਰੀ ਸ਼ਰਨ ਵਿੱਚ ਆ ਗਏ ਹਾਂ, ਅਤੇ ਬਸ ਹੁਣ ਆਪਣੇ ਵਰਗਾ ਬਣਾ ਲਾ, ਜਿੱਦਾਂ ਦਾ ਤੈਨੂੰ ਮੈਂ ਚਾਹੀਦਾ ਤੂੰ ਉੱਦਾਂ ਦਾ ਬਣਾ ਲਾ, ਪਰ ਠਕਰਾਈ ਨਾ, ਕਿਉਂਕਿ ਤੇਰੇ ਦਰ ਤੋਂ ਬਿਨਾਂ ਮੇਰਾ ਹੋਰ ਦਰ ਨਹੀਂ ਆ ਕੋਈ। ਤੁਧ ਨੂੰ ਛੋੜ ਜਾਈਏ ਕਹਿ ਤੇਰਾ, ਕਿਹੜੇ ਪਾਸੇ ਜਾਊਂਗਾ ਮੈਂ, ਇਸ ਕਰਕੇ ਮੈਨੂੰ ਪ੍ਰਵਾਨ ਕਰੋ ਜੀ। ਜਿਹਵਾ ਕਿਆ ਗੁਣ ਆਖ ਵਖਾਣੈ, ਤੁਮ ਵੱਡ ਅਗਮ ਵੱਡ ਪੁਰਖਾ। ਜਦੋਂ ਗੁਰੂ ਗਿਆਨ ਦਿੰਦਾ ਹੈ, ਸੋਝੀ ਦਿੰਦਾ ਹੈ, ਫਿਰ ਇੱਕ ਗੱਲ ਦਾ ਇਹਨੂੰ ਪਤਾ ਲੱਗਦਾ ਵੀ ਸੱਚੇ ਪਾਤਸ਼ਾਹ ਜਿਤਨੇ ਗੁਣ ਨੇ ਤੇਰੇ ਵਿੱਚ ਨੇ, ਜਿੰਨੇ ਅਵਗੁਣ ਨੇ ਉਹ ਮੇਰੇ ਵਿੱਚ ਨੇ। ਸਭ ਅਵਗੁਣ ਮੈਂ, ਗੁਣ ਨਹੀਂ ਕੋਈ। ਕਵਨ ਗੁਣ ਪ੍ਰਾਨਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ ਮੋਹੇ ਪ੍ਰਦੇਸਨ ਦੂਰ ਤੇ ਆਈ। ਫਿਰ ਪਤਾ ਲੱਗ ਜਾਂਦਾ, ਇਹ ਵੀ ਪਤਾ ਲੱਗਿਆ ਵੀ ਮੈਂ ਤਾਂ ਪਰਦੇਸੀ ਹਾਂ, ਮਨ ਪਰਦੇਸੀ ਆਓ ਘਰੇ, ਮੈਂ ਦੇਸ਼ ਦਾ ਵਾਸੀ ਨਹੀਂ ਹੈ। ਸੋ ਇਹ ਜੀਵ ਇਸ ਦੇਸ਼ ਦਾ ਵਸਿੰਦਾ ਹੀ ਨਹੀਂ ਹੈ। ਇਹ ਨਿਰੰਕਾਰ ਦਾ ਜਿਹੜਾ ਦੇਸ਼ ਹੈ ਨਾ, ਉੱਥੋਂ ਦਾ ਵਸਿੰਦਾ ਹੈ। ਜਿਸ ਨੂੰ ਗੁਰੂ ਨੇ ਅੰਗੀਕਾਰ ਕਰ ਲਿਆ, ਉਹਨੂੰ ਪ੍ਰਮਾਣ ਪੱਤਰ ਮਿਲਦਾ, ਉਹਨੂੰ ਰਾਹਦਾਰੀ ਮਿਲਦੀ, ਉਹਨੂੰ ਟਿਕਟ ਮਿਲਦੀ, ਉਹ ਵੀ ਨਿਰੰਕਾਰ ਕੇ ਦੇਸ਼ ਜਾਂਦਾ। ਉੱਥੇ ਕੀ ਸੁਖ ਲਹ ਹੈ
ਮਹਲ। ਸਰੂਪ ਰੂਪ ਮਹਿਲ ਦਾ ਸੁੱਖ ਇਸ ਨੂੰ ਉੱਥੇ ਪ੍ਰਾਪਤ ਹੁੰਦਾ ਹੈ। ਹੇ ਪ੍ਰਮਾਤਮਾ ਪਰਮੇਸ਼ਰ ਤੂੰ ਵੱਡਾ ਹੈ ਨਾ, ਗੁਰੂ ਨੇ ਸੋਝੀ ਦਿੱਤੀ, ਫਿਰ ਦਾ ਉਸਤਤੀ ਕਰਦਾ। ਅਗਮ ਹੈ, ਤੇਰੇ ਤਿੱਕਰ ਮੈਂ ਪਹੁੰਚ ਨਹੀਂ ਸਕਦਾ। ਔਰ ਇਹ ਮੈਨੂੰ ਪਤਾ ਲੱਗ ਗਿਆ ਜਿੰਨਾ ਚਿਕਰ ਤੇਰੇ ਤਾਂ ਹੀ ਨਹੀਂ ਪਹੁੰਚਦਾ, ਉਹਨਾਂ ਚਿਕਰ ਮੇਰਾ ਜੰਮਣਾ ਮਰਨਾ ਇਹਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਸੰਸਾਰ 'ਚ ਧੱਕੇ ਹੀ ਖਾਣੇ, ਤੇਰੇ ਤਿੱਕਰ ਪੁੱਜਣਾ ਜ਼ਰੂਰੀ, ਪਰ ਮੈਂ ਪਹੁੰਚ ਨਹੀਂ ਸਕਦਾ। ਫਿਰ ਤੂੰ ਹੈ ਪੁਰਖਾ, ਨਰਕਾਂ ਤੋਂ ਰੱਖਿਆ ਕਰਨੇ ਵਾਲਾ। ਪੁਰਖਾ, ਪੁਰਖ ਦਾ ਅਰਥ ਹੁੰਦਾ ਸਰਬ ਵਿਆਪਕ, ਹਰ ਇੱਕ ਜਗ੍ਹਾ 'ਤੇ ਤੇਰੀ ਮੌਜੂਦਗੀ ਹੈ। ਹੁਣ ਮੈਂ ਇਸ ਜੀਭਾ ਦੇ ਨਾਲ ਤੇਰੇ ਕਿਹੜੇ ਕਿਹੜੇ ਗੁਣ ਕਹਾਂ, ਤੇਰੇ ਕਿਹੜੇ ਕਿਹੜੇ ਗੁਣਾਂ ਦਾ ਵਿਖਿਆਨ ਕਰਾਂ, ਜਿਹਦੇ ਕਰਕੇ ਤੂੰ ਮੈਨੂੰ ਪ੍ਰਵਾਨ ਕਰ ਲਵੇਂ, ਮੈਂ ਤੇਰਾ ਹੋ ਜਾਵਾਂ। ਮੈਨੂੰ ਸੋਝੀ ਦਿਓ, ਮੱਤ ਦਿਓ, ਮੇਰੀ ਮੱਤ ਥੋੜ੍ਹੀ ਰਾਮ। ਸੋ ਕਿਆ ਗੁਣ ਤੇਰੇ ਆਖ ਵਖਾਣ, ਸੋ ਮੈਂ ਕਿਹੜੇ ਕਿਹੜੇ ਗੁਣ ਕਹਿ ਕੇ ਤੇਰਾ ਵਿਖਿਆਨ ਕਰਾਂ। ਕਿਆ ਸਲਾਹੀ ਕਿਰਮਚੰਦ ਵੱਡੀ ਤੇਰੀ ਵਡਿਆਈ, ਮੈਂ ਇੱਕ ਕੀੜਾ ਮਕੌੜਾ ਅਤੇ ਮੈਂ ਕਿਹੜੀ ਸਿਫਤ ਕਰਾਂ, ਤੇਰੀ ਵਡਿਆਈ ਬਹੁਤ ਵੱਡੀ ਹੈ। ਸੋ ਇਸ ਤਰੀਕੇ ਦੇ ਨਾਲ ਜਦੋਂ ਇਹਨੂੰ ਸੋਝੀ ਪੈਂਦੀ ਹੈ ਅਤੇ ਇਹ ਵੀ ਵਡਿਆਈ ਵਿੱਚ ਗਿਣਿਆ ਜਾਂਦਾ, ਇਹਨੂੰ ਵੀ ਵਡਿਆਈ ਕਿਹਾ ਜਾਂਦਾ। ਜਦੋਂ ਕਹਿੰਦਾ ਸੋ ਸੱਚੇ ਪਾਤਸ਼ਾਹ ਹੋਂ ਕਿਆ ਸਲਾਹੀ ਕਿਰਮਜੰਤ, ਇਹ ਵੀ ਵਡਿਆਈ ਆ ਗਈ। ਇਹ ਸ਼ਬਦ ਵਿੱਚ ਤਾਂ ਵਡਿਆਈ ਬਾਰੇ ਪੁੱਛਦਾ ਨਾ, ਵੀ ਵਡਿਆਈ ਕਿੱਦਾਂ ਕਰੀ, ਤੇ ਮੈਨੂੰ ਵਡਿਆਈ ਕਰਨੀ ਨਹੀਂ ਆਉਂਦੀ। ਫਿਰ ਜਦੋਂ ਹਉਮੈ ਦਾ ਤਿਆਗ ਹੋ ਗਿਆ, ਜਿੱਥੇ ਹਉਮੈ ਦਾ ਤਿਆਗ ਹੈ ਉਹ ਵਡਿਆਈ ਹੈ। ਜਿੱਥੇ ਹਉਮੈ ਦਾ ਤਿਆਗ ਨਹੀਂ ਹੈ, ਗੁਰਬਾਣੀ ਪੜ੍ਹਦਾ ਹਉਮੈ ਦਾ ਤਿਆਗ ਨਹੀਂ, ਉਹ ਵਡਿਆਈ ਨਹੀਂ ਹੈ, ਉਹ ਵਡਿਆਈ ਨਹੀਂ ਹੈ। ਸੋ ਬਾਣੀ ਤਾਂ ਬਾਣੀ ਧੁਰ ਕੀ ਬਾਣੀ ਹੈ, ਪਰ ਪ੍ਰਵਾਨ ਨਹੀਂ ਹੈ, ਪ੍ਰਵਾਨ ਨਹੀਂ ਕਰਦਾ। ਹਉਮੈ ਵਿੱਚ ਕੀਤੀ ਹੋਈ ਸੇਵਾ, ਹਉਮੈ ਵਿੱਚ ਪੜ੍ਹੀ ਹੋਈ ਗੁਰਬਾਣੀ, ਸੋ ਹਉਮੈ ਵਿੱਚ ਜਪਿਆ ਹੋਇਆ ਨਾਮ ਨਹੀਂ ਪ੍ਰਵਾਨ ਕਰਦਾ। ਦੋਏ ਨਾ ਵਸੇ ਇੱਕ ਥਾਏ, ਵਿਰੋਧ ਹੈ, ਹਉਮੈ ਨਾਵੈ ਨਾਲ ਵਿਰੋਧ ਹੈ। ਸੋ ਜਦੋਂ ਇਹ ਕਹਿੰਦਾ ਵੀ ਮੈਨੂੰ ਅਕਲ ਨਹੀਂ, ਸੋਝੀ ਨਹੀਂ, ਆਪਣੇ ਅਵਗੁਣਾਂ ਨੂੰ ਚੇਤੇ ਕਰਨਾ ਵੀ ਵਡਿਆਈ ਹੈ, ਉਹਦੇ ਗੁਣਾਂ ਨੂੰ ਚੇਤੇ ਕਰਨਾ ਤਾਂ ਵਡਿਆਈ ਹੈ, ਉਸਤਤ ਹੈ। ਪਰ ਜੇ ਉਹਦੇ ਗੁਣਾਂ ਨੂੰ ਹਉਮੈ ਦੇ ਵਿੱਚ ਆਣ ਕੇ ਚੇਤੇ ਕਰਦਾ ਤਾਂ ਨਹੀਂ ਉਸਤਤੀ, ਨਹੀਂ ਵਡਿਆਈ। ਆਪਣੇ ਅਵਗੁਣਾਂ ਨੂੰ ਜਦੋਂ ਚੇਤੇ ਕਰਦਾ, ਕੋਈ ਗੁਣ ਨਹੀਂ ਹੈ ਰੱਬ ਦੇ, ਪਰ ਰੱਬ ਉਸ ਨੂੰ ਵਡਿਆਈ ਕਹਿੰਦਾ, ਵਡਿਆਈ ਹੈ ਆਪਣੇ ਅਵਗੁਣਾਂ ਨੂੰ ਚੇਤੇ ਕਰਨਾ। ਅਰਦਾਸ ਵੀ ਨੂੰ ਕਿਹਾ ਜਾਂਦਾ। ਹੋਰ ਅਰਦਾਸ ਕੋਈ ਗਿਣੀ ਮਿੱਥੀ ਥੋੜ੍ਹੀ ਹੈ ਵੀ ਨਹੀਂ, ਅਰਦਾਸ ਤਾਂ ਆਪਣੇ ਅਵਗੁਣ ਗੁਰੂ ਦੇ ਅੱਗੇ ਰੱਖਣੇ ਅਰਦਾਸ ਹੁੰਦੀ ਹੈ। ਇਹ ਅਰਦਾਸ ਹੈ, ਜਿਹੜੇ ਸਾਡੇ ਮਾੜੇ ਕਰਮ ਨੇ, ਅਵਗੁਣ ਨੇ, ਸੋ ਉਹਨਾਂ ਤੋਂ ਖਹਿੜਾ ਨਹੀਂ ਛੁੱਟਦਾ। ਇਹ ਬੇਨਤੀ, ਇਹੀ ਅਰਦਾਸ, ਇਹੀ ਰਜੋਈ ਹੈ। ਜਿਹਵਾ ਕਿਆ ਗੁਣ ਆਖ ਵਖਾਣੈ, ਤੁਮ ਵੱਡ ਅਗਮ ਵੱਡ ਪੁਰਖਾ। ਮੈਂ ਜੀਭਾ ਦੇ ਨਾਲ ਤੇਰੇ ਗੁਣਾਂ ਦਾ ਵਿਖਿਆਨ ਹੀ ਨਹੀਂ ਕਰ ਸਕਦਾ। ਇੱਕ ਜੀਭ ਹੈ, ਦੂਜਾ ਸੋਝੀ ਨਹੀਂ ਹੈ, ਅਕਲ ਨਹੀਂ ਹੈ, ਪਤਾ ਨਹੀਂ ਹੈ ਕੀ ਬੋਲਣਾ, ਮੋਹ ਕੇ ਬੋਲਣ ਬੋਲੀਏ ਜੇ ਸੁਣ ਤੇਰੇ ਪਿਆਰ। ਕਿਉਂਕਿ ਬੋਲ ਵੀ ਉਹ ਬੋਲਾਂ ਜਿਹਨੂੰ ਸੁਣ ਕੇ ਤੂੰ ਮੇਰੇ ਨਾਲ ਪਿਆਰ ਕਰੇ, ਮੈਂ ਤੇਰਾ ਹੋ ਜਾਵਾਂ। ਅਤੇ ਮੈਂ ਉਹ ਬੋਲ ਗਿਆ ਜਿਹੜਾ ਤੈਨੂੰ ਪ੍ਰਵਾਨ ਹੀ ਨਹੀਂ, ਮੈਂ ਤਾਂ ਹੋਰ ਤੇਰੇ ਤੋਂ ਦੂਰ ਚਲਾ ਗਿਆ। ਆਪਣੀ ਚਤਰਾਈ ਦੇ ਨਾਲ ਬੰਦਾ ਜ਼ਿਆਦਾ ਦੂਰ ਹੈ, ਰੱਬ ਨਹੀਂ ਦੂਰ ਕਰਦਾ ਇਸ ਨੂੰ। ਆਪਣੀ ਚਤਰਾਈ ਕਰਕੇ ਬੰਦਾ ਦੂਰ ਹੋ ਗਿਆ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਦੂਰੀ ਤਾਂ ਸਾਡੀ ਵੱਧ ਗਈ ਹੈ ਰੱਬ ਨਾਲੋਂ। ਜਨ ਨਾਨਕ ਹਰ ਕਿਰਪਾ ਧਾਰੀ, ਪਾਖਾਨ ਡੁੱਬਤ ਹਰ ਰਾਖਾ। ਪੱਥਰ ਹੁੰਦਾ ਹੈ, ਪੱਥਰ ਨੂੰ ਜਦੋਂ ਪਾਣੀ 'ਚ ਸਿੱਟੋ ਇਹ ਡੁੱਬ ਜਾਂਦਾ ਜੀ, ਨਹੀਂ ਤਰਦਾ, ਪੱਥਰ ਨਹੀਂ ਤਰਦਾ। ਇਸੇ ਪੱਥਰ ਨੂੰ ਜੇ ਬੇੜੀ 'ਚ ਰੱਖ ਦਿਓ, ਪੱਥਰ ਤਰ ਜਾਂਦਾ, ਪੱਥਰ ਤਰ ਜਾਂਦਾ। ਸੋ ਇਸ ਕਰਕੇ ਮੇਰੇ 'ਤੇ ਕਿਰਪਾ ਹੋ ਗਈ, ਮੇਰਾ ਮਨ ਪੱਥਰ ਬਣ ਗਿਆ ਸੀ। ਪੱਥਰ ਇਹ 'ਤੇ ਅਸਰ ਨਹੀਂ ਸੀ ਹੁੰਦਾ। ਜਦੋਂ ਗੁਰਬਾਣੀ ਦਾ ਅਸਰ ਹੀ ਨਾ ਹੋਵੇ ਮਨ 'ਤੇ, ਪੜ੍ਹਦਾ ਵੀ ਹੈ, ਸੁਣਦਾ ਵੀ ਹੈ ਗੁਰਬਾਣੀ ਨੂੰ, ਮਨ 'ਤੇ ਅਸਰ ਨਹੀਂ ਹੋ ਰਿਹਾ, ਮਨ ਪੱਥਰ ਬਣ ਗਿਆ, ਨਹੀਂ ਅਸਰ ਹੋਣਾ। ਹੁਣ ਪੂਰੇ ਗੁਰੂ ਤੋਂ ਬਿਨਾਂ ਇਹ ਪੱਥਰ ਹੋਇਆ ਮਨ ਜਿਹੜਾ ਆ ਇਹ ਤਰ ਨਹੀਂ ਸਕਦਾ, ਨਹੀਂ ਤਰ ਸਕਦਾ। ਪੂਰਾ ਗੁਰੂ ਜਦੋਂ
ਵਿਚਾਰ ਰੂਪ ਜਹਾਜ਼ ਦਿੰਦਾ ਹੈ ਨਾ, ਵਿਚਾਰ ਰੂਪ ਨੌਕਾ ਦਿੰਦਾ, ਵਿਚਾਰ ਰੂਪ ਬੇੜੀ ਦਿੰਦਾ ਹੈ। ਸੋ ਇੰਝ ਕਹਿ ਸਕਦੇ ਹਾਂ, ਵਿਚਾਰ ਦੀ ਬੇੜੀ ਮਿਲ ਗਈ। ਜਦੋਂ ਹੀ ਵਿਚਾਰ ਦੀ ਬੇੜੀ ਮਿਲੀ ਤੇ ਉਸ ਬੇੜੀ ਦੇ ਵਿੱਚ ਇਹ ਮਨ ਸਵਾਰ ਹੋਇਆ, ਭਾਵ ਮਨ ਨਾਲ ਵਿਚਾਰ ਕਰਨ ਲੱਗ ਪੈਂਦਾ। ਪੂਰੇ ਗੁਰੂ ਦੀ ਕਹੀ ਹੋਈ ਗੱਲ ਨੂੰ ਜਦੋਂ ਮਨ ਵਿਚਾਰਦਾ, ਸੁਣਦਾ, ਮਨ ਸੁਣੇ ਤਾਂ ਸੀ, ਵਿਚਾਰ ਨਹੀਂ ਤਾਂ ਬਾਅਦ ਦੀ ਗੱਲ ਹੈ। ਮਹਾਰਾਜ ਕਹਿੰਦੇ ਪੂਰੇ ਗੁਰੂ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਇਹ ਮਨ ਸੁਣਨ ਨੂੰ ਤਿਆਰ ਹੀ ਨਹੀਂ। ਗੁਰਬਾਣੀ ਕੀ ਕਹਿੰਦੀ ਹੈ? ਜਦੋਂ ਮਨ ਸੁਣਦਾ ਫਿਰ ਵਿਚਾਰ ਵੀ ਕਰਦਾ। ਜਦੋਂ ਵਿਚਾਰ ਕਰਦਾ ਉਸ ਵੇਲੇ ਪਾਰ ਬ੍ਰਹਮ ਪਰਮੇਸ਼ਰ ਇਹਨੂੰ ਸਭ ਤੋਂ ਨਜ਼ਦੀਕ ਦਿਸਦਾ। ਬਾਕੀ ਸਭ ਦੂਰ ਨੇ, ਰੱਬ ਨੇੜੇ, ਰੱਬ ਨੇੜੇ ਇਸ ਨੂੰ ਦਿਸਦਾ। ਫਿਰ ਕਹਿੰਦੇ ਜਨ ਨਾਨਕ ਹਰ ਕਿਰਪਾ ਧਾਰੀ, ਉਹਨੇ ਮੇਰੇ 'ਤੇ ਕਿਰਪਾ ਕਰ ਦਿੱਤੀ। ਮੈਂ ਪੱਥਰ ਵਾਂਗ ਡੁੱਬਦਾ ਜਾ ਰਿਹਾ ਸੀ। ਪੱਥਰ ਵਾਂਗ ਭਾਵ ਬਸ ਚਿੰਤਾ ਦੇ ਭਵਰ ਵਿੱਚ ਹੀ ਫਸਿਆ ਜਾ ਰਿਹਾ ਸੀਗਾ। ਚਿੰਤਾ ਦੇ ਪੱਥਰ ਹੁਣ ਆਪਣੇ ਆਪ ਦਾ ਧਾਰ ਨਹੀਂ ਸਕਦਾ, ਅਤੇ ਮੈਂ ਆਪਣੇ ਆਪ ਨਿਕਲਣ ਦੀ ਕੋਸ਼ਿਸ਼ ਕਰਦਾ ਸੀ ਇਸ ਚਿੰਤਾ ਦੇ ਵਿੱਚੋਂ, ਇਸ ਭਵ ਸਾਗਰ ਦੇ ਵਿੱਚੋਂ। ਮੈਂ ਨਹੀਂ ਨਿਕਲ ਸਕਿਆ, ਡੁੱਬ ਗਿਆ। ਪੱਥਰ ਉਦੋਂ ਤਰਦਾ ਜਦੋਂ ਬੇੜੀ ਵਿੱਚ ਬੈਠਦਾ। ਜਦੋਂ ਆਪਣੀ ਵਿਚਾਰ ਮੈਂ ਰੱਖਦਾ ਸੀ, ਆਪਣੇ ਮਨ ਦੀ ਵਿਚਾਰ ਦੇ ਮਗਰ ਰੱਖਦਾ ਸੀ, ਮੈਂ ਡੁੱਬਦਾ ਜਾ ਰਿਹਾ ਸੀ। ਮੈਨੂੰ ਕੋਈ ਸਮੱਸਿਆ ਦਾ ਹੱਲ ਨਹੀਂ ਸੀ ਨਿਕਲਦਾ। ਅਤੇ ਜਦੋਂ ਹੀ ਸ਼ਬਦ ਰੂਪ ਬੇੜੀ ਮਿਲੀ ਅਤੇ ਸ਼ਬਦ ਦੀ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ, ਆਪਣੇ ਮਨ ਨੂੰ ਸ਼ਬਦ ਦੇ ਵਿੱਚ ਸਵਾਰ ਕਰ ਦਿੱਤਾ। ਮੇਰਾ ਮਨ ਸ਼ਬਦ ਦੇ ਵਿੱਚ ਸਵਾਰ ਹੋ ਗਿਆ। ਜੋ ਸ਼ਬਦ ਕਹਿ ਰਿਹਾ ਹੁਣ ਉਸ ਨੂੰ ਮੈਂ ਸੁਣਦਾ ਪਿਆ। ਸ਼ਬਦ ਦੀ ਵਿਚਾਰ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕੀਤੀ। ਸ਼ਬਦ ਨੇ ਜੋ ਮੈਨੂੰ ਕਹਿ ਦਿੱਤਾ ਮੈਂ ਉਸ ਗੱਲ ਨੂੰ ਮੰਨ ਲਿਆ। ਤੇ ਉਹਨੂੰ ਕਹਿੰਦੇ ਸਵਾਰ ਹੋਣਾ, ਮੰਨ ਗਿਆ। ਬੇੜੀ ਵਿੱਚ ਬੈਠੇ ਹੋਏ ਆ ਅਤੇ ਬੇੜੀ ਤੋਂ ਬਾਹਰ ਥੋੜ੍ਹੀ ਜਿਹੀ, ਥੋੜ੍ਹੀ ਵੀ ਬੇੜੀ 'ਚ ਬੈਠੇ ਬੈਠੇ ਬੇੜੀ 'ਚ ਬਾਹਰ ਨਿਕਲ ਕੇ ਸੈਰ ਕਰਨ ਲੱਗ ਪਓ, ਨਹੀਂ, ਡੁੱਬ ਜਾਵਾਂਗੇ। ਮਨ ਨੇ ਜਦੋਂ ਸ਼ਬਦ ਦੀ ਵਿਚਾਰ ਨੂੰ ਗ੍ਰਹਿਣ ਕੀਤਾ ਅਤੇ ਸ਼ਬਦ ਦੀ ਵਿਚਾਰ ਨੂੰ ਛੱਡ ਕੇ ਆਪਣੀ ਵਿਚਾਰ ਨੂੰ ਵਿੱਚ ਨਹੀਂ ਲੈਂਦਾ ਕਦੀ, ਉਦੋਂ ਇਹ ਮਨ ਪੱਥਰ ਜਿਹੜਾ ਉਤਰ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਨ ਪੱਥਰ ਉਦੋਂ ਤਰੇਗਾ ਜਦੋਂ ਸ਼ਬਦ ਦੀ ਬੇੜੀ ਵਿੱਚ ਇਸ ਨੂੰ ਸਵਾਰ ਕਰ ਲਵੇਂਗਾ। ਭਾਵ ਬਾਣੀ ਪੜ੍ਹਨੀ ਹੈ, ਬਾਣੀ ਸੁਣਨੀ ਹੈ, ਬਾਣੀ ਦੀ ਵਿਚਾਰ ਜਾਂ ਕਰੋ ਜਾਂ ਸੁਣੋ, ਅਤੀ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਤਦੇ ਆਪਾਂ ਇਸ ਨਾਮ ਰੂਪ ਬੇੜੀ ਵਿੱਚ ਸਵਾਰ ਹੋ ਸਕਦੇ ਹਾਂ। ਭਾਵੇਂ ਮਨ ਪੱਥਰ ਵੀ ਹੋ ਗਿਆ ਪਰ ਪਾਰ ਉਤਾਰਾ ਹੋ ਸਕਦਾ। ਗੁਰੂ ਨੇ ਕਿਰਪਾ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ, ਜਿਨ੍ਹਾਂ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਮਹਾਰਾਜ ਜੀ ਮਿਹਰ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਹਾਂ। ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਉਥਾਂ ਗਾਵੋ ਹਰੀ ਕੇ ਰਾਹ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰਤੇ ਨ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਖਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਇ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋਂ। ਹੀ ਸ਼ਬਦ ਧਰੋ ਪਿਆਰ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਾਲਾਂ ਜਿਤ ਕਰ ਧਾਰੀਆਂ, ਪੰਜ ਦੂਤ ਦਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਰ ਜਿਨ ਖੋਸੇ ਨਾਮ ਹਰਖੇ ਲਾਗੇ। ਕਹਿ ਨਾਨਕ ਤੈਸ ਕਹੂੰ, ਤਿਤ ਕਰ ਅਨਹਦ ਵਾਜੇ।
ਅਨ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਓ ਪਿੰਡ ਮਾਤ ਪਿਤਾ ਹਮ ਬਾਰਿਕ ਤੇਰੇ। ਕੋਈ ਨ ਜਾਣੈ ਤੁਮਰਾ ਅੰਤ। ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ। ਤੁਮਰੀ ਗਤ ਨਿਤ ਤੁਮਹੀ ਜਾਨੀ ਨਾਨਕ ਦਾਸ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਕਿਤੇ ਸਭ ਧਿਆਏ। ਤੇਗ ਬਹਾਦਰ ਸਿਮਰਿਆ ਕਰਨੋ ਕੀ ਆਪ ਧਾਰੀ। ਸਭ ਥਾਂ ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਂ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਬ ਪਿਆਰਿਆਂ 64 ਸਾਹਿਬਜ਼ਾਦਿਆਂ 40 ਮੁਕਤਿਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਮ੍ਰਿਤ ਪੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੰਘਾਂ ਸਿੰਘਣੀਆਂ ਕਰਨ ਹੇਠ ਸੀਸ ਦਿੱਤੇ। ਬੰਦ ਬੰਦ ਕਰਵਾਏ ਖੋਪੜੀਆਂ ਲਹਾਈਆਂ ਚੱਕਰੀਆਂ ਤੇ ਚੜੇ ਕਰਵਾਰੀਆਂ ਨਾਲ ਕਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਸਦਰ ਕੇ ਸੰਸਵਾਸਾਂ ਨਾਲ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ 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 ਨਾਮ ਚਿਤਿਆਵੇ ਚਿਤਿਆਵੇ ਸਤਿਕਾਰ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਰਿਆਂ ਦਾ ਪਹੁੰਚਿਆ ਜਾਏ। ਦੇਖ ਦੇਖ ਫਤਿਹ ਮਿੰਟ ਕੀ ਪੈਜ ਪੰਥ ਕੀ ਜੀ ਸਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲਵਾਨੀ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਰ ਦਾਨ ਪ੍ਰਸਾਦ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਜੁੰਗੇ ਟਿਕੋ ਟਿਕੋ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨਾਮਾ ਤੁਲਸੀ ਮਨ ਪੰਥੀ ਰੱਖਿਆ ਵਾਹਿਗੁਰੂ। ਇਹ ਨਿਰੰਕਾਰ ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਿਰਪਾ ਮੇਰ ਕਿਰਪਾ ਹਿੰਮਤ ਜਿਤੇ ਦੀਵਾਨ ਸਜੇ ਸਜੇ ਦੀਵਾਨ ਅੰਦਰ ਨਿਤਨੇਮ ਦੀਆਂ ਬਾਣੀਆਂ ਦੀ ਜਾਤ ਪਾਤਸ਼ਾਹ ਜੀ ਦੀ ਬਾਤ ਨੂੰ ਕੀਰਤਨ ਸ਼ਬਦ ਦੀ ਵਿਚਾਰ ਦੀ ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਜਾਪ ਦੇ ਪੁੱਤਾਂ ਦੀ ਸੇਵਾ ਕਰਨੀ। ਬਾਣੀ ਦਾ ਮਹਾਤਮ ਹੋਈਆਂ ਸੰਗਤਾਂ ਨੂੰ ਬਖਸ਼ਣਾ। ਦਿਲ ਖੁਦਹਾਰ ਦਾ ਦਰ ਪ੍ਰਵਾਨ ਕਰਨਾ। ਸਰਬੱਤ ਸੰਗਤਾਂ ਦੀਆਂ ਮਨੋਕਾਮਨਾਵਾਂ ਬੰਦੇ ਤੋਂ ਸਾਥ ਪੂਰੀਆਂ ਕਰਨੀਆਂ। ਬਖਸ਼ੀਆਂ ਦਾਤਾਂ ਚੋਂ ਕੜਾਹ ਪ੍ਰਸ਼ਾਦੀਆਂ ਦੀ ਕਹਾਣੀ ਨੇ ਕਰੀ ਭਾਗ ਸਰ ਸੂਚ ਦੇ ਪ੍ਰਾਣ ਲਾਭ ਕੋਲ ਲਗਾਏ। ਸੀਤ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜੋ ਜੀ ਸ਼ਿਕਾਇਤ ਦਾ ਨਾਮ ਜਪੇ ਜੀ। ਪਾਵਨ ਹੁਕਮ ਬਖਸ਼ੋ ਸੰਗਤਾਂ ਦੇ ਨਿਹਾਲ ਕਰੋ ਜੀ। ਸਹੀ ਪਿਆਰੇ ਮਿਲਣ ਜਿਨ੍ਹਾਂ ਨੇ ਨਾਮ ਜਪਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ ਤਬਿ ਚਲਾਇਓ ਪੰਥ ਮਾਨਿਓ ਗ੍ਰੰਥ। ਪ੍ਰਗਟ ਗੁਰਾਂ ਕੀ ਦੇਹ ਖੋ ਸ਼ਬਦ ਮੈਂ ਲੇਹ। ਆਕੀ ਰਹੇ ਨਾ ਕੋਏ ਬਚੇ ਸ਼ਰਨ ਜੋ ਹੋਏ। ਚੜੇ ਸੁਤਰੇ ਪਾਰ ਪਾਰ ਉਤਾਰਨ ਹਾਰ।
ਕੀ ਸੋਹੇ ਸੀਸ ਕਲਗੀਧਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਸੋ ਕਾਹੂ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰਿ ਅਰਸੋਂ ਕੁਰਸੋਂ ਚਟੀਆ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਜੈਤ ਸ੍ਰੀ ਮਹੱਲਾ ਚੌਥਾ। ਘਰ ਪਹਿਲਾ ਚੌਪ ਦੇ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਮੇਰਾ ਹੀਰਾ ਰਤਨ ਨਾਮ ਹਰਿ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਮੇਰਾ ਹੀਰਾ ਰਤਨ ਨਾਮ ਹਰਿ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰੈ ਹਰਿ ਨਾਮ ਦ੍ਰਿੜਾਇਆ। ਬਿਨ ਨਾਵੈ ਜੀਵਨ ਬਿਰਥਾ ਰਹਾ, ਬਿਨ ਗੁਰ ਮੂੜ ਪਏ ਹੈ ਮਨ ਮੁਖ। ਤੇ ਮੋਹ ਮਾਇਆ ਨਿਤ ਫਾਥਾ, ਤਿਨ ਸਾਧੂ ਚਰਨ ਨ ਸੇਵੇ ਕਬਹੂ, ਤਿਨ ਸਭ ਜਨਮੇ ਅਕਾਥਾ। ਜਿਨ ਸਾਧੂ ਚਰਨ ਸਾਧ ਭਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰਿ ਦਇਆ ਧਾਰ ਜਗਨਨਾਥਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚਾਲੈ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚਾਲੈ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੇ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।